RSS ਦਾ ਬੰਦਾ ਕਹਿੰਦੇ ਰਹੇ ਤੇ ਦੀਪ ਨੂੰ ਏਜੰਸੀਆਂ ਦਾ ਬੰਦਾ ਕਹਿੰਦੇ ਰਹੇ। ਅੱਜ ਹਰ ਇੱਕ ਅੱਖ ਰੋ ਰਹੀ ਹੈ। ਜਿਹੜੇ ਲੋਕ ਕਹਿੰਦੇ ਸੀ ਸਾਡੇ ਮਗਰ ਕਿਸਾਨ ਗਏ ਨੇ ਦਿੱਲੀ ਦੇ ਬਾਰਡਰਾਂ ਦੇ, ਸਾਡੇ ਮਗਰ ਨੌਜਵਾਨ ਗਏ ਨੇ, ਉਹਨਾਂ ਨੂੰ ਵੀ ਸ਼ਾਇਦ ਅੱਜ ਪਤਾ ਲੱਗ ਗਿਆ ਹੋਣਾ ਕਿ ਕਿਹਦੇ ਮਗਰ ਕਿੰਨੇ ਜਾਣੇ ਸੀ। ਅੱਜ ਪੂਰੇ ਪੰਥ ਨੇ, ਪੂਰੀ ਕੌਮ ਨੇ, ਜਿਹੜੇ ਦੇਸਾਂ ਵਿਦੇਸਾਂ ਦੇ ਵਿੱਚੋਂ, ਹੋਰ ਸਟੇਟਾਂ ਦੇ ਵਿੱਚੋਂ ਆਏ ਨੇ, ਜਿਨ੍ਹਾਂ ਨੇ ਇਹ ਦੱਸ ਦਿੱਤਾ ਹੈਗਾ ਵੀ ਦੀਪ ਨੂੰ ਕਿੰਨਾ ਪਿਆਰ ਕਰਦੇ ਸੀ, ਵੀ ਅੱਜ ਗਦਾਰ ਕੌਣ ਸੀਗੇ, ਸੱਚੇ ਕੌਣ ਸੀ, ਉਹ ਸਾਬਤ ਕਰਕੇ ਇਹ ਕੌਮ ਨੇ ਦੱਸ ਦਿੱਤਾ ਹੈਗਾ। ਤੁਸੀਂ ਦੀਪ ਦੇ ਨਾਲ ਰਹੇ ਹੋ, ਦੀਪ ਦੀ ਸੋਚ ਕੀ ਸੀ? ਬਾਈ ਦੀਪ ਦੀ ਸੋਚ ਕਰੀ ਬਾਈ, ਸਾਡੇ ਕੋਲ ਬਾਈ ਦੀਪ ਦੇ ਲਈ ਕੋਈ ਸ਼ਬਦ ਨਹੀਂ। ਜਿਹੜੀ ਉਹਨਾਂ ਦੇ ਅਸੀਂ ਸਹਿਣਸ਼ੀਲਤਾ ਦੇਖੀ ਹੈ ਨਾ, ਉਹ ਜ਼ਿੰਦਗੀ 'ਚ ਮੈਂ ਨਹੀਂ ਦੇਖੀ ਹੈਗੀ। ਅਸੀਂ ਆਪਣੇ ਆਪ ਨੂੰ ਕਹੀਏ ਵੀ ਕੋਈ, ਆਪਣੇ ਆਪ ਨੂੰ ਸਿਆਣੇ ਕਹੀਏ, ਮੈਂ ਪੜ੍ਹੇ ਲਿਖੇ ਕਹਾਈ ਜਾਈਏ, ਪਰ ਬਾਈ ਦੀਪ ਦੇ ਅੰਦਰ ਜਿਹੜੀ ਸੋਚ ਸੀ ਮੈਂ ਜ਼ਿੰਦਗੀ 'ਚ ਨਾ ਦੇਖਣੀ ਹੈ। ਸ਼ਾਇਦ ਗੁਰੂ ਸਾਹਿਬ ਕਿਰਪਾ ਕਰੇ ਉਹ ਕਿਸੇ ਯੋਧੇ 'ਚੋਂ ਗੁਰੂ ਸਾਹਿਬ ਹੀ ਸਿਰ ਤੇ ਹੱਥ ਰੱਖ ਕੇ ਦੀਪ ਵਾਲੀ ਸੋਚ ਕਿਤੋਂ ਮਿਲ ਸਕਦੀ ਹੈ। ਪਹਿਲੀ ਗੱਲ ਤਾਂ ਮਿਲ ਹੀ ਨਹੀਂ ਸਕਦੀ। ਅੱਜ ਅਸੀਂ ਲਗਾਤਾਰ ਸਵੇਰ ਤੋਂ ਕਵਰੇਜ ਕਰ ਰਹੇ ਹਾਂ ਤਾਂ ਬਾਈ ਦੀਪ ਦੀ ਗੱਲ ਹੁੰਦੀ ਆ ਹਮੇਸ਼ਾ। ਬਾਈ ਦੀਪ ਸਾਡੇ ਵਿੱਚ ਨਹੀਂ ਹੈਗਾ, ਬੇਸ਼ੱਕ ਸਰੀਰਕ ਤੌਰ 'ਤੇ ਨਹੀਂ ਹੈਗਾ, ਪਰ ਉਹਨਾਂ ਦੀ ਸੋਚ ਆ ਜਿਹੜੀ ਉਹ ਹਰ ਇੱਕ ਦੇ ਦਿਮਾਗ ਦੇ ਉੱਪਰ ਆ। ਹਰ ਇੱਕ ਦੀਪ ਦੇ ਬਾਰੇ ਸੋਚ ਰਿਹਾ, ਹਰ ਇੱਕ ਕਹਿ ਰਿਹਾ ਕਿ ਮੇਰੇ ਨਾਲ ਖੜਾ ਦੀਪ ਮੇਰੇ ਦਿਲ ਦੇ ਵਿੱਚ ਆ। ਤਾਂ ਅਸੀਂ ਦੱਸ ਦਈਏ ਕਿ ਜਦੋਂ ਮਾਨ ਸਾਹਿਬ ਦੀ ਕੰਪੇਨ ਹੋਈ, ਚੋਣਾਂ ਹੋਈਆਂ, ਤਾਂ ਮਾਨ ਸਾਹਿਬ ਦੀ ਕੰਪੇਨ ਦੇ ਵਿੱਚ ਜਿੱਥੇ ਦੀਪ ਸਿੱਧੂ ਪਹੁੰਚਿਆ ਤਾਂ ਉੱਥੇ ਜਿੰਨੇ ਦਿਨ ਮਾਨ ਸਾਹਿਬ ਦੇ ਨਾਲ ਗੁਜ਼ਾਰੇ ਤਾਂ ਬਾਬਾ ਜੱਗੀ ਸਾਡੇ ਨਾਲ ਮੌਜੂਦ ਨੇ, ਬਾਬਾ ਜੱਗੀ ਦੇ ਨਾਲ ਵੀ ਰਹੇ ਨੇ। ਤਾਂ ਗੱਲਾਂ ਬਾਤਾਂ ਅਕਸਰ ਹੁੰਦੀਆਂ ਰਹੀਆਂ ਨੇ ਦੀਪ ਸਿੱਧੂ ਦੀਆਂ। ਤਾਂ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਾਬਾ ਜੀ, ਦੀਪ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਅੱਜ ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਹੈਗਾ ਦੀਪ। ਘਾਟਾ ਬਹੁਤ ਵੱਡਾ ਪਿਆ ਕੌਮ ਨੂੰ, ਪਰ ਇੰਨੀ ਸੰਗਤ ਦਾ ਦੇਖ ਕੇ ਮਨ ਵੀ ਖੁਸ਼ ਹੁੰਦਾ ਕਿ ਜਿਹੜੀ ਸੋਚ ਆ ਉਹਦੀ ਇੰਨੇ ਲੋਕਾਂ ਨੇ ਅਪਣਾ ਲਈ ਆ ਦੀਪ ਦੀ। ਅੱਜ ਕੀ ਕਹੋਗੇ? ਅੱਜ ਦੀਪ ਸਾਡੇ ਵਿੱਚ ਨਹੀਂ ਹੈਗਾ। ਅਸਲ ਇਹ ਕਹਿਣਾ ਚਾਹੁੰਦਾ ਮੈਂ ਬਾਈ ਦੀਪ ਦੀ ਸੋਚ ਨੂੰ, ਜਿੰਨੇ ਸਾਡੇ ਨੌਜਵਾਨ, ਜਿੰਨੇ ਵੀ ਸਤਿਕਾਰਯੋਗ ਵੀਰ ਮੇਰੇ, ਬਜ਼ੁਰਗ ਭੈਣਾਂ, ਮਾਵਾਂ ਆਈਆਂ ਨੇ, ਅਸੀਂ ਐਡੇ ਵੱਡੇ ਅੱਜ ਵੀ ਦੀਪ ਦੀ ਜਿਹੜਾ ਆਪਣਾ ਅੰਤਮ ਅਰਦਾਸ ਸ੍ਰੀ ਫਤਿਹਗੜ੍ਹ ਸਾਹਿਬ ਪਾਵਨ ਪਵਿੱਤਰ ਧਰਤੀ 'ਤੇ ਹੋਈ, ਬਸ ਸਿਰਫ ਅਸੀਂ ਕਹਿਣ ਤੱਕ ਸੀਮਤ ਨਾ ਹੋਈਏ। ਭਾਵੇਂ ਮੈਂ ਵੀ ਹੋਵਾਂ, ਮੈਂ ਆਪ ਨੂੰ ਵੀ ਕਹਿ ਲਾਂ, ਕਿਉਂਕਿ ਦੂਜੇ ਨੂੰ ਕਹਿਣਾ ਸਿਖਾਲਾ ਸੌਖਾ ਹੁੰਦਾ, ਜਦੋਂ ਆਪ ਨੂੰ ਮੰਨਣੀਆਂ ਪੈਂਦੀਆਂ ਨੇ ਫਿਰ ਆ ਕੇ ਪਤਾ ਲੱਗਦਾ। ਜਿਹਦੇ ਵਿੱਚ ਇਹ ਗੱਲ ਕਰਦੇ ਹਾਂ ਜਿਵੇਂ ਵੀ ਜੇ ਉਹਨਾਂ ਦੀ ਬਾਈ ਦੀਪ ਦੀ ਸੋਚ ਨੂੰ ਬਰਕਰਾਰ ਰੱਖਣਾ, ਭਾਵੇਂ ਆਪਣੇ ਕੋਲੇ ਸਰੀਰਕ ਤੌਰ 'ਤੇ ਨਹੀਂ ਹੈਗੇ, ਪਰ ਉਹਨਾਂ ਦੀ ਜਿਹੜੀ ਸੋਚ ਹੈ, ਕੁਛ ਕੁ ਨੌਜਵਾਨੀ ਦੇ ਅੰਦਰ ਅਤੇ ਕੁਛ ਕੁ ਵੱਡੇ ਛੋਟਿਆਂ ਦੇ ਅੰਦਰ ਵੀ ਜਿਹੜੀ ਉਹਨਾਂ ਦੀ ਸੋਚ ਹੈ ਤਾਂ ਰੱਖਣੀ ਵੀ ਚਾਹੀਦੀ ਹੈ। ਉਹ ਕੌਮ ਦੇ ਖਾਤਰ ਇੱਕ ਸਟਾਰ ਸੀ, ਉਹ ਇੱਕ ਫਿਲਮੀ ਅਦਾਕਾਰ ਕਹਿ ਦਈਏ, ਜਾਂ ਉਹ ਫਿਲਮਾਂ ਦੇ ਵਿੱਚ ਕੰਮ ਕਰਦੇ ਸੀਗੇ, ਕੌਮ ਦੇ ਹਿੱਤਾਂ ਦੀ ਅਤੇ ਜਵਾਨੀ ਦੀ ਗੱਲ ਕਰਦੇ ਸੀ। ਫਿਰ ਇੱਕ ਦਿਨ ਬਾਰਡਰਾਂ 'ਤੇ ਗੱਲ ਹੋਈ, ਉਦੋਂ ਵੀ ਡਟ ਕੇ ਖੜ੍ਹੇ। ਤਾਂ ਇਹੀ ਕਹਿਣਾ ਚਾਹੁੰਦਾ ਵੀ ਅਸੀਂ ਆਪਾਂ ਸਾਰੇ ਹੀ ਕਹਿਣ ਤੱਕ ਸੀਮਤ ਨਾ ਹੋਈਏ ਉਹਨਾਂ ਦੀ ਸੋਚ ਨੂੰ, ਅਤੇ ਗੁਰਬਾਣੀ ਦੀ ਸੋਚ ਤੋਂ ਲੈ ਕੇ, ਕਿਉਂਕਿ ਗੁਰਬਾਣੀ 'ਚ ਵੀ ਗੱਲਾਂ ਕੀਤੀਆਂ ਉਹਨਾਂ ਨੇ, ਅਤੇ ਫਿਰ ਵੀ ਉਹ ਜਿਹੜੀ ਸੋਚ ਸੀਗੀ, ਅੱਜ ਕੌਮ ਨੂੰ ਬਹੁਤ ਵੱਡਾ ਉਸ ਬਾਈ ਦੇ ਦੀਪ ਦਾ ਜਾਣ ਦਾ ਬਹੁਤ ਵੱਡਾ ਜਿਹੜਾ ਘਾਟਾ ਪਿਆ ਹੈਗਾ ਗਾ। ਕੋਈ ਮੰਨੇ ਕੋਈ ਨਾ ਮੰਨੇ, ਕਿਉਂਕਿ ਮਹਿਸੂਸ ਸਾਨੂੰ ਆਪ ਨੂੰ ਕਰਨਾ ਲੈਣਾ ਚਾਹੀਦਾ। ਜਦੋਂ ਕਿਸੇ ਨੂੰ ਆਪਾਂ ਅਵਾਰਡ ਦਿੰਦੇ ਹਾਂ, ਜਦੋਂ ਕਿਸੇ ਨੂੰ ਕੋਈ, ਫਿਰ ਉੱਥੋਂ ਅਵਾਰਡ ਦਿੱਤੇ ਜਾਂਦੇ ਨੇ। ਜਿਵੇਂ ਹੁਣ ਕੁਛ ਜਥੇਬੰਦੀਆਂ ਨੇ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚੋਂ ਬਾਈ ਦੀਪ ਨੂੰ ਸ਼ਹੀਦੀ ਕੌਮੀ ਯੋਧੇ ਦਾ ਅਵਾਰਡ ਜਿਹੜਾ ਦਿੱਤਾ ਗਿਆ ਗਾ। ਇਸੇ ਤਰ੍ਹਾਂ ਵੀ ਸਿਰਫ ਕਹਿਣ ਤੱਕ ਸੀਮਤ ਨਾ ਹੋਈਏ, ਜੋ ਗੱਲਾਂ ਕਰੀਏ ਤਾਂ ਉਹ ਕਰਕੇ ਕਰਨ ਦੀ ਕੋਸ਼ਿਸ਼ ਕਰੀਏ, ਭਾਵੇਂ ਅਸੀਂ ਵੀ ਕਿਉਂ ਨਾ ਹੋਈਏ। ਗੱਲ ਕਰਦੇ ਆਂਗੇ, ਅੱਜ ਉਹ ਸ਼ਬਦ ਵੀ ਮੂੰਹ 'ਤੇ ਆ ਰਹੇ ਨੇ ਜਿਹੜੇ ਸ਼ਬਦ ਦੀਪ ਨੂੰ ਭੰਨਦੇ ਰਹੇ, ਜਿਵੇਂ ਦੀਪ ਨੂੰ ਗਦਾਰੀ ਦੇ ਸਰਟੀਫਿਕੇਟ ਜਾਰੀ ਕਰਦੇ ਰਹੇ ਉਹ ਲੋਕ, ਰਾਜੇਵਾਲ ਹੋਰੇ, ਜਾਂ ਉਹ ਕਿਸਾਨ ਆਗੂ ਜਿਹੜੇ ਕਿ ਆਪਦੇ ਆਪ ਨੂੰ ਹੀਰੋ ਸਮਝਦੇ ਸੀ ਕਿਸਾਨ ਅੰਦੋਲਨ ਦੇ। RSS ਦਾ ਬੰਦਾ ਕਹਿੰਦੇ ਰਹੇ ਤੇ ਦੀਪ ਨੂੰ ਏਜੰਸੀਆਂ ਦਾ ਬੰਦਾ ਕਹਿੰਦੇ ਰਹੇ। ਅੱਜ ਹਰ ਇੱਕ ਅੱਖ ਰੋ ਰਹੀ ਆ। ਜਿਹੜੇ ਲੋਕ ਕਹਿੰਦੇ ਸੀ ਸਾਡੇ ਮਗਰ ਕਿਸਾਨ ਗਏ ਨੇ ਦਿੱਲੀ ਦੇ ਬਾਰਡਰਾਂ ਦੇ, ਸਾਡੇ ਮਗਰ ਨੌਜਵਾਨ ਗਏ ਨੇ, ਉਹਨਾਂ ਨੂੰ ਵੀ ਸ਼ਾਇਦ ਅੱਜ ਪਤਾ ਲੱਗ ਗਿਆ ਹੋਣਾ ਕਿ ਕਿਹਦੇ ਮਗਰ ਕਿੰਨੇ ਜਾਣੇ ਸੀ। ਬਿਲਕੁਲ ਇਹ ਪਤਾ ਲੱਗ ਹੀ ਗਿਆ ਨਾ। ਪਿੱਛੇ ਵੀ ਕੱਲ੍ਹ ਵੀ ਅਸੀਂ ਕਹਿੰਦੇ ਸੀਗੇ ਇਹ ਸਾਡੇ ਗੁਰੂ ਸਾਹਿਬ ਨੇ ਤੈਅ ਕਰਨਾ ਹੁੰਦਾ ਗਾ। ਅੱਜ ਦੀਪ ਦੀ ਜਿਹੜੀ ਉਹ ਗਦਾਰ ਸੀ ਜਾਂ ਕਿਵੇਂ ਸੀਗੇ, ਕੌਮੀ ਯੋਧੇ ਸੀ, ਕੌਮ ਦਾ ਦਰਦ ਲੈ ਕੇ ਤੁਰੇ ਸੀ। ਅੱਜ ਪੂਰੇ ਪੰਥ ਨੇ, ਪੂਰੀ ਕੌਮ ਨੇ, ਜਿਹੜੇ ਦੇਸਾਂ ਵਿਦੇਸਾਂ ਦੇ ਵਿੱਚੋਂ, ਹੋਰ ਸਟੇਟਾਂ ਦੇ ਵਿੱਚੋਂ ਆਏ ਨੇ, ਜਿਨ੍ਹਾਂ ਨੇ ਇਹ ਦੱਸ ਦਿੱਤਾ ਹੈਗਾ ਵੀ ਦੀਪ ਨੂੰ ਕਿੰਨਾ ਪਿਆਰ ਕਰਦੇ ਸੀ, ਵੀ ਅੱਜ ਗਦਾਰ ਕੌਣ ਸੀਗੇ, ਸੱਚੇ ਕੌਣ ਸੀ, ਉਹ ਸਾਬਤ ਕਰਕੇ ਇਹ ਕੌਮ ਨੇ ਦੱਸ ਦਿੱਤਾ ਹੈਗਾ।
ਅਸੀਂ ਗੱਲ ਕਰਦੇ ਹਾਂ ਦੀਪ ਦੇ ਨਾਂ ਦੇ ਉੱਪਰ ਬੜੇ ਲੋਕ ਰੋਟੀਆਂ ਸੇਕਣ ਦੀ ਤਿਆਰੀ ਦੇ ਵਿੱਚ ਨੇ, ਬੜੇ ਲੋਕ ਪੈਸਾ ਇਕੱਠਾ ਕਰਨ ਦੀ ਤਿਆਰੀ ਦੇ ਵਿੱਚ ਨੇ, ਬੜੇ ਲੋਕ ਫੰਡ ਇਕੱਠਾ ਕਰਨ ਦੀ ਤਿਆਰੀ ਦੇ ਵਿੱਚ ਨੇ। ਤੁਸੀਂ ਦੀਪ ਦੇ ਨਾਲ ਰਹੇ ਹੋ, ਦੀਪ ਦੀ ਸੋਚ ਕੀ ਸੀਗੀ? ਦੇਖ ਬਾਈ ਦੀ ਜਿਹੜੀ ਦੀਪ ਦੀ ਸੋਚ ਸੀਗੀ, ਕਿਉਂਕਿ ਜਿੰਨੀ ਮੇਰੀ 30-32 ਸਾਲ ਦੀ ਉਮਰ ਹੈ, ਨਾ ਤਾਂ ਐਸੀ ਸੋਚ ਕਦੇ ਪਹਿਲਾਂ ਦੇਖੀ ਹੈ, ਤੇ ਉਹ ਵੀ ਖਾਸ ਕਰਕੇ ਕੋਈ ਅੰਮ੍ਰਿਤਪਾਨ ਨਹੀਂ ਕੀਤਾ ਉਹਨਾਂ ਨੇ, ਕੋਈ ਦਾੜੀ ਕੇਸ ਨਹੀਂ ਰੱਖੇ। ਉਹਨਾਂ ਦੇ ਜਿਹੜਾ ਅੰਦਰ ਸਿੱਖ ਧਰਮ ਪ੍ਰਤੀ ਤੇ ਨੌਜਵਾਨੀ ਪ੍ਰਤੀ, ਸਾਡੀ ਆਉਣ ਵਾਲੀਆਂ ਨਸਲਾਂ ਪ੍ਰਤੀ, ਪਾਣੀ ਪੰਜਾਬ ਦੇ ਪਾਣੀਆਂ ਦੀ ਗੱਲ ਦੀ ਕਰੀਏ ਤਾਂ ਬਾਕੀ ਹੋਰ ਵੀ ਜਿੰਨੀ ਸੋਚ ਸੀ ਪੰਥ ਨੂੰ, ਕੌਮ ਦੇ ਲਈ ਜਿਹੜੀ ਸੋਚ ਸੀ, ਸ਼ਾਇਦ ਅੱਜ ਤੱਕ ਮੈਂ ਕਹਿੰਦਾ ਵੀ ਅਸੀਂ ਆਪਣੇ ਆਪ ਨੂੰ ਜਥੇਦਾਰ ਜਾਂ ਵੱਡੇ ਕੁਝ ਵੀ ਆਪਾਂ ਅਹੁਦੇਦਾਰ ਖਵਾਈ ਜਾਈਏ ਜਾਂ ਅਸੀਂ ਆਖੀਏ ਕੋਈ ਆਪ 'ਤੇ ਕੋਈ ਬਾਹਲੇ ਸਿਆਣੇ ਆ ਜਾਂ ਕੋਈ ਸੂਝਵਾਨ ਹੈ, ਪਰ ਜਿਹੜੀ ਬਾਈ ਦੀਪ ਦੇ ਅੰਦਰ ਜ਼ਿੰਦਗੀ 'ਚ ਮੈਂ ਅਜੇ ਦੇਖੀ ਕਿ ਜਿਹੜੀ 30-32 ਸਾਲ ਦੀ ਉਮਰ ਦੇ ਵਿੱਚ ਜਿਹੜੀ ਸੋਚ ਬਾਈ ਦੀਪ ਦੇ ਅੰਦਰ ਸੀਗੀ, ਅਜੇ ਤੱਕ ਮੈਨੂੰ ਪਹਿਲਾਂ ਵੀ ਤੇ ਹੁਣ ਵੀ ਕਿਸੇ ਵਿੱਚ ਨਹੀਂ ਲੱਭੀ। ਪਰ ਜਿਹੜੀ ਦੀਪ ਬਾਈ ਦੇ ਅੰਦਰ ਸੋਚ ਸੀਗੀ ਨੌਜਵਾਨੀ ਦੇ ਪ੍ਰਤੀ ਜਾਂ ਹੋਰ ਸਤਿਕਾਰਾਂ, ਬਜ਼ੁਰਗਾਂ ਦਾ ਸਤਿਕਾਰ ਕਰਨਾ, ਸ਼ਾਇਦ ਜਿਹੜੀ ਉਹਨਾਂ ਦੇ ਅੰਦਰ ਸਹਿਣਸ਼ੀਲਤਾ ਸੀ, ਨਿਮਰਤਾ ਸੀ, ਅੱਜ ਤੱਕ ਮੈਂ ਵੱਡੇ ਮਤਲਬ ਜਿਹੜੇ ਆਪਾਂ ਆਪਦੇ ਆਪ ਨੂੰ ਕਹੀਏ ਤਾਂ ਵੀ ਸੂਝਵਾਨ ਕਹਿ ਲਓ ਜਾਂ ਕੋਈ ਪੜ੍ਹੇ ਲਿਖੇ, ਜਿਹੜੀ ਸੋਚ ਬਾਈ ਦੀਪ ਦੇ ਅੰਦਰ ਸਹਿਣਸ਼ੀਲਤਾ ਸੀ, ਸ਼ਾਇਦ ਨਹੀਂ ਲੱਭਣੀ ਛੇਤੀ ਹਦੇ। ਕੌਮ ਦੀ ਗੱਲ ਕਰਨਾ ਆ, ਪੰਜਾਬ ਦੀ ਗੱਲ ਕਰਨਾ ਆ, ਪੰਜਾਬ ਦੇ ਲਈ ਮਰ ਮਿਟ ਗਿਆ ਦੀਪ, ਅਨੇਕਾਂ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਵਸ ਗਿਆ। ਪਰ ਕਿਤੇ ਨਾ ਕਿਤੇ ਲੱਗਦਾ ਗਾ ਕਿ ਇਹ ਨੌਜਵਾਨ ਉਹਨੂੰ ਜਿਉਂਦਾ ਰੱਖਣਗੇ। ਕਿਤੇ ਇਹ ਨਾ ਹੋਵੇ ਕਿ ਅੱਜ ਜਿਵੇਂ ਪਹਿਲਾਂ ਗੱਲਾਂ ਕਰਕੇ ਹਟਿਆ ਕਿ ਅੱਜ ਇੱਥੇ ਨਾਅਰੇ ਲਾਏ, ਅੱਜ ਇੱਥੇ ਜਕਾਰੇ ਛੱਡੇ, ਬਾਅਦ ਚੋਂ ਭੁੱਲ ਨਾ ਜਾਣ। ਤੁਸੀਂ ਕਿੰਨਾ ਕੁ ਸਾਥ ਦਿੰਦੇ ਰਹੋਗੇ, ਕਿੰਨਾ ਕੁ ਅੱਗੇ ਲਿਜਾਣ ਦੀ ਕੋਸ਼ਿਸ਼ ਕਰੋਗੇ ਦੀਪ ਦੀ ਸੋਚ ਨੂੰ? ਦੇਖੋ ਜੀ, ਪਹਿਲੀ ਗੱਲ ਤਾਂ ਅਸੀਂ ਗੁਰੂ ਸਾਹਿਬ ਕਿਰਪਾ ਰਹੇ, ਅਸੀਂ ਹਰ ਇੱਕ ਚੀਜ਼ ਤੋਂ ਕਿਸੇ ਵੀ ਲਾਲਚ ਤੋਂ ਉੱਪਰ ਉੱਠੇ ਹੋਏ ਹਾਂ। ਗੁਰੂ ਕਿਰਪਾ ਕਰੇ, ਅੱਗੇ ਤੋਂ ਵੀ ਤੋਰ ਰੱਖੇ, ਕਿਉਂਕਿ ਜਦੋਂ ਬੰਦਾ 4 ਬੰਦੇ ਕਬਰ ਤੱਕ ਬੰਦੇ ਨੂੰ ਲਿਜਾਂਦੇ ਨੇ ਚੱਕ ਕੇ, ਸਿੱਖ ਦਾ ਮਤਲਬ ਹੁੰਦਾ ਹੈ ਸਿੱਖ ਨੇ ਉੱਥੇ ਤੱਕ ਸਿੱਖਣਾ ਹੁੰਦਾ ਹੈ। ਜਿੰਨਾ ਕੁ ਗੁਰੂ ਸਾਹਿਬ ਪਵਨ ਪਵਿੱਤਰ ਧਰਤੀ 'ਤੇ ਖੜਿਆ, ਜਿੰਨਾ ਚਿਰ ਗੁਰੂ ਸਾਹਿਬ ਸਾਨੂੰ ਤੋਰਨਗੇ ਕੌਮ ਦੇ ਪ੍ਰਤੀ ਜਾਂ ਦੀਪ ਦੀ ਸੋਚ ਦੇ ਪ੍ਰਤੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੋਚ ਦੇ ਪ੍ਰਤੀ, ਜਿੰਨਾ ਚਿਰ ਸਾਨੂੰ ਸ਼ਹੀਦ ਤੋਰਨਗੇ ਉਹਨਾਂ ਚਿਰ ਤੁਰਨ ਦੀ ਕੋਸ਼ਿਸ਼ ਰੱਖਾਂਗੇ। ਪਰ ਇਹੀ ਗੱਲ ਕਹਿਣਾ ਚਾਹੁੰਦਾ ਵੀ ਜੇ ਬਾਈ ਦੀਪ ਦੀ ਸੋਚ ਨੂੰ ਅਪਣਾਉਣਾ, ਜਿੰਨੇ ਵੀ ਇੱਥੇ ਮੇਰੇ ਨੌਜਵਾਨ ਭਰਾ ਆਏ ਨੇ, ਛੋਟਾ ਭਰਾ ਹੋ ਕੇ ਮੈਂ ਬੇਨਤੀਆਂ ਕਰਦਾ ਵੀ ਆਪਾਂ ਉਹਨਾਂ ਦੀ ਸੋਚ ਨੂੰ ਤੇ ਗੁਰਬਾਣੀ ਤੋਂ ਸਿੱਖਿਆ ਲੈ ਕੇ, ਬਾਈ ਦੀਪ ਦੀ ਸੋਚ ਤੋਂ ਲੈ ਕੇ ਆਪਾਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਫਿਰ ਦੂਜਾ ਨੰਬਰ ਇਹ ਵੀ ਕਹਿਣਾ ਚਾਹੁੰਦਾ ਵੀ ਭਾਵੇਂ ਆਪਾਂ ਕਿਸੇ ਜਥੇਬੰਦੀ 'ਚ ਰਹੋ, ਕਿਸੇ ਹੋਰ ਕਿਸੇ ਪਾਰਟੀਆਂ 'ਚ ਰਹੋ, ਭਾਵੇਂ ਵੀ ਬਾਈ ਦੀਪ ਦੀ ਸੋਚ ਨੂੰ ਤੇ ਧਰਮ ਨੂੰ ਸਿਰਫ ਆਪਾਂ ਉੱਚਾ ਲੈ ਕੇ ਚੱਲਣਾ ਹੈਗਾ। ਜਿਵੇਂ ਮੇਰੇ ਕੋਲੇ ਆਏ ਟਿਕਟ ਦੇਣ, MLA ਦੀਆਂ ਟਿਕਟਾਂ ਦੇਣ ਵਾਸਤੇ ਵੀ ਆਏ, ਤੁਸੀਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜੋ ਜੀ, ਤੁਸੀਂ ਹੋਰ ਟਿਕਟ ਕੋਈ ਲੜੋ, ਅਸੀਂ ਉਹਨਾਂ ਤੋਂ ਜਿਹੜਾ ਜਵਾਬ ਦੇ ਦਿੱਤਾ ਹੈਗਾ ਸਿਰਫ ਸਾਨੂੰ ਕਿਸੇ ਚੀਜ਼ ਦੀ, ਮੇਰੀ ਪੰਥ ਅੱਜ ਦੀਪ ਦੇ ਲਈ ਪੰਥ ਖੜਾ ਤਾਂ ਮੇਰੇ ਲਈ ਪੰਥ ਖੜਾ। ਜਦੋਂ ਮੈਨੂੰ ਨਿਮਾਣੇ ਨੂੰ ਕੁਝ ਦੇਣਾ ਹੋਊਗਾ, ਪੰਥ ਕੌਮ ਮੇਰੀ ਝੋਲੀ ਕੁਝ ਪਾ ਸਕਦੀ ਹੈ, ਨਾ ਆਪਾਂ ਨੂੰ ਇਹ ਚੀਜ਼ ਦੀ ਅਜੇ ਕੋਈ ਲੋੜ ਹੈ ਤੇ ਇੱਦਾਂ ਦੀ। ਪਰ ਕੌਮ ਤੇ ਪੰਥ ਦੀ ਗੱਲ ਜਿਹੜੀ ਬਾਈ ਦੀ ਸੋਚ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣਾ ਹੈਗਾ। ਅੱਗੇ ਤੋਂ ਸਮੇਂ ਸਾਨੂੰ ਗੱਲ ਕੀਤੀ ਹੈਗੀ, ਜਿੰਨਾ ਚਿਰ ਸਾਨੂੰ ਸ਼ਹੀਦ ਤੋਰਨਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਜਿੰਨਾ ਚੱਕ ਸਾਨੂੰ ਤੋਰੂਗੀ, ਜਿੰਨੇ ਕੁ ਜੋਕਰਿਆਂ ਅਸੀਂ ਕੌਮ ਤੇ ਪੰਥ ਦੇ ਨਾਲ ਖੜੇ ਰਵਾਂਗੇ, ਜਿੰਨੀ ਕੁ ਸਾਨੂੰ ਗੁਰੂ ਸਾਹਿਬ ਤੋਰਨਗੇ। ਜਿੰਨਾ ਕੁ ਅੱਖਾਂ ਭਰ ਆਉਂਦੀਆਂ ਨੇ ਜਦੋਂ ਬਾਈ ਦਾ ਨਾਂ ਲੈਂਦੇ ਆ, ਹਰ ਇੱਕ ਅੱਖ ਨਮ ਹੁੰਦੀ ਆ। ਜਦੋਂ ਪਤਾ ਲੱਗਿਆ ਕਿ ਬਾਈ ਸਾਡੇ ਵਿੱਚ ਨਹੀਂ ਰਿਹਾ ਤਾਂ ਦੇਰ ਰਾਤ ਤੱਕ ਨੀਂਦ ਨਹੀਂ ਆਈ, 5-7 ਦਿਨ ਰੋਟੀ ਵੀ ਨਹੀਂ ਸਵਾਦ ਲੱਗੀ ਹੋਣੀ, ਪੂਰੇ ਦੁਨੀਆ ਨੂੰ ਨਹੀਂ ਲੱਗੀ ਹੋਣੀ, ਇਕੱਲੇ ਸਾਡੀ ਕੀ ਗੱਲ ਆ। ਪਰ ਬਾਈ ਦੀ ਸੋਚ ਇੱਕ ਵੱਖਰੀ ਸੋਚ ਸੀ। ਸਾਡੇ ਵਿੱਚ ਅੱਜ ਇੱਕ ਚਿੰਗਿਆਰੀ ਸੀ ਜਿਹੜੀ ਉਹ ਵੱਢ ਰਹੀ ਸੀ, ਉਹ ਅੱਜ ਭਾਂਬੜ ਬਣ ਕੇ ਨਿਕਲਿਆ। ਕਿਉਂਕਿ ਬਾਈ ਦੀਪ ਦੀ ਸੋਚ ਕਰੀ, ਬਾਈ ਸਾਡੇ ਕੋਲ ਬਾਈ ਦੀਪ ਦੇ ਲਈ ਕੋਈ ਸ਼ਬਦ ਨਹੀਂ। ਜਿਹੜੀ ਉਹਨਾਂ ਦੇ ਅਸੀਂ ਸਹਿਣਸ਼ੀਲਤਾ ਦੇਖੀ ਹੈ ਨਾ, ਉਹ ਜ਼ਿੰਦਗੀ 'ਚ ਮੈਂ ਨਹੀਂ ਦੇਖੀ ਹੈਗੀ। ਅਸੀਂ ਆਪਣੇ ਆਪ ਨੂੰ ਕਹੀਏ ਵੀ ਕੋਈ ਆਪਣੇ ਆਪ ਨੂੰ ਸਿਆਣੇ ਕਹੀਏ, ਮੈਂ ਪੜ੍ਹੇ ਲਿਖੇ ਕਹਾਈ ਜਾਈਏ, ਪਰ ਬਾਈ ਦੀਪ ਦੇ ਅੰਦਰ ਜਿਹੜੀ ਸੋਚ ਸੀ ਮੈਂ ਜ਼ਿੰਦਗੀ 'ਚ ਨਾ ਦੇਖਣੀ ਆ। ਸ਼ਾਇਦ ਗੁਰੂ ਸਾਹਿਬ ਕਿਰਪਾ ਕਰੇ ਉਹ ਕਿਸੇ ਯੋਧੇ 'ਚੋਂ ਗੁਰੂ ਸਾਹਿਬ ਹੀ ਸਿਰ 'ਤੇ ਹੱਥ ਰੱਖ ਕੇ ਦੀਪ ਵਾਲੀ ਸੋਚ ਕਿਤੋਂ ਮਿਲ ਸਕਦੀ ਹੈ। ਪਹਿਲੀ ਗੱਲ ਤਾਂ ਮਿਲ ਹੀ ਨਹੀਂ ਸਕਦੀ, ਕਿਉਂਕਿ ਬਾਬਾ ਜਰਨੈਲ ਸਿੰਘ ਦੇ ਜਾਣ ਤੋਂ ਬਾਅਦ ਜਿਹੜੀ ਨੌਜਵਾਨੀ ਨੂੰ ਕੋਈ ਆਗੂ ਦੀ ਲੋੜ ਸੀ, ਕਿਸੇ ਜਰਨੈਲ ਦੀ ਲੋੜ ਸੀਗੀ, ਅੱਜ ਨੌਜਵਾਨੀ ਨੂੰ ਇੱਕ ਭਰੋਸਾ ਸੀਗਾ, ਇੱਕ ਦੀਪ 'ਤੇ ਭਰੋਸਾ ਹੋਇਆ ਸੀਗਾ ਵੀ ਸ਼ਾਇਦ ਬਾਈ ਦੀਪ ਪੜ੍ਹੇ ਲਿਖੇ ਇਨਸਾਨ ਨੇ, ਚੰਗੀ ਬਹੁਤ ਨਜ਼ਰੀਏ ਦੇ ਨਾਲ ਗੱਲਾਂ ਰੱਖਦੇ ਹੈਗੇ ਨੇ ਹਰ ਥਾਂ 'ਤੇ,
ਵੀ ਸ਼ਾਇਦ ਬਾਬਾ ਜਰਨੈਲ ਸਿੰਘ ਦੇ ਜਾਣ ਤੋਂ ਬਾਅਦ ਨੌਜਵਾਨੀ ਨੂੰ ਵੀ ਇੱਕ ਭਰੋਸਾ ਵੱਜਿਆ ਸੀ, ਸ਼ਾਇਦ ਬਾਈ ਦੀਪ ਸਾਡੀ ਨੌਜਵਾਨੀ ਤੋਂ ਆਉਣ ਵਾਲੇ ਭਵਿੱਖ ਨੂੰ ਉੱਚਾ ਲੈ ਕੇ ਜਿਹੜਾ ਤੁਰੂਗਾ, ਕੌਮੀਅਤ ਦੀ ਗੱਲ ਕਰੂਗਾ, ਜਿਹੜੇ ਪੜ੍ਹੇ ਲਿਖੇ ਵਕੀਲ ਵੀ ਰਹੇ ਨੇ। ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੱਗੀ ਦੀ ਜਿਹੜੀ ਅੱਖ ਆ ਉਹ ਨਮ ਹੋ ਗਈ ਆ। ਸ਼ਾਇਦ ਇਸ ਤੋਂ ਬਾਅਦ ਜਿਹੜੀ ਕਿ ਗੱਲਬਾਤ ਆ ਉਹ ਨਾ ਹੋ ਪਾਵੇ, ਕਿਉਂਕਿ ਅੱਖਾਂ ਦੱਸਦੀਆਂ ਨੇ, ਜ਼ੁਬਾਨ ਥਿਰਕਣ ਲੱਗ ਜਾਂਦੀ ਆ ਜਦੋਂ ਕੋਈ ਸਾਡਾ ਆਪਣਾ ਜਾਂਦਾ ਗਾ। ਦੀਪ ਸਿੱਧੂ ਕੱਲਾ ਉਹਦੇ ਕਾਰਨ ਦਾ ਜਾਂ ਕੱਲਾ ਤਰੀਕਿਆਂ ਦਾ ਪੁੱਤ ਨਹੀਂ ਸੀ, ਦੀਪ ਸਿੱਧੂ ਸਾਡਾ ਵੀ ਭਰਾ ਸੀਗਾ। ਦੀਪ ਸਿੱਧੂ ਪੂਰੇ ਪੰਜਾਬ ਦਾ ਭਰਾ ਸੀ ਜਿਹੜਾ ਅੱਜ ਸਾਡੇ ਵਿੱਚ ਨਹੀਂ ਹੈਗਾ। ਪਰ ਅਪੀਲ ਆ, ਬੇਨਤੀ ਆ ਇਹੀ ਕਿ ਸਾਡੇ ਭਰਾ ਦੀ ਜਿਹੜੀ ਸੋਚ ਆ ਉਸ ਨੂੰ ਅੱਗੇ ਜਿਉਂਦਾ ਰੱਖਿਆ ਜਾਵੇ, ਉਸ ਨੂੰ ਅੱਗੇ ਲਿਜਾਇਆ ਜਾਵੇ। ਇਸੇ ਤਰ੍ਹਾਂ ਜਿਹੜੀ ਕਿ ਅਸੀਂ ਕਵਰੇਜ ਆ ਉਹ ਕਰਦੇ ਰਵਾਂਗੇ। ਦੀਪ ਦੀ ਜਿੱਥੇ ਵੀ ਗੱਲ ਹੋਊਗੀ, ਜਿੱਥੇ ਵੀ ਪੰਜਾਬ ਦੀ ਗੱਲ ਹੋਊਗੀ ਤਾਂ KTV UK ਵੱਲੋਂ ਉੱਥੇ ਪਹੁੰਚਿਆ ਜਾਊਗਾ, ਤਾਂ ਉਹਦੀ ਗੱਲ ਨੂੰ ਰਿਕਾਰਡ ਕਰਿਆ ਜਾਊਗਾ। ਜੁੜੇ ਰਹੋ KTV ਦੇ ਨਾਲ। ਮੇਰੇ ਸਹਿਯੋਗੀ ਸਾਥੀ ਅਲਜਿੰਦਰ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਿਹਦੇ ਵਿੱਚ ਇਹ ਗੱਲ ਕਰਨੀ ਚਾਹੁੰਦੇ ਵੀਰ ਮੇਰੇ, ਉਹ ਕਿਉਂਕਿ ਅਸੀਂ ਕੋਈ ਨਾਅਰੇਬਾਜ਼ੀ ਕਰਦੇ ਹਾਂ, ਜਿਵੇਂ ਅੱਜ ਵੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੀ ਕੋਈ ਨਾਅਰੇਬਾਜ਼ੀ ਨਹੀਂ ਕੀਤੀ ਹੈਗੀ। ਸਿਰਫ ਬਾਈ ਦੀ ਸੋਚ ਨੂੰ ਸ਼ਰਧਾਂਜਲੀ, ਸੱਚੀ ਸੁੱਚੀ ਸ਼ਰਧਾਂਜਲੀ ਇਹੀ ਹੈ, ਨਾਮ ਸਿਮਰਨ ਜਿਹੜਾ ਜਪਿਆ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਚਿਰ ਸਾਡਾ ਕੋਈ ਸਟੈਂਡ ਨਹੀਂ ਨਾ ਬਣ ਜਾਂਦਾ, ਕਿਸੇ ਜਿਹੜੇ ਕੋਈ ਏਜੰਸੀਆਂ ਨੇ, ਕਦੇ ਏਜੰਸੀਆਂ ਨੇ ਸਾਨੂੰ ਦੱਸਿਆ ਵੀ ਅਸੀਂ ਆਹ ਕੌਮ ਨੂੰ ਅਸੀਂ ਮਾਰਨ 'ਤੇ ਲੱਗੇ ਹੋਏ ਹਾਂ, ਜਾਂ ਅਸੀਂ ਕਿੰਨੇ ਨਸ਼ੇ ਪੰਜਾਬ ਵਿੱਚ ਭੇਜੇ ਨੇ, ਕਦੇ ਏਜੰਸੀਆਂ ਨੇ ਦੱਸਿਆ। ਉਹ ਖੁਫੀਆ ਏਜੰਸੀਆਂ ਇੱਕ ਖੁਫੀਆ ਅੰਡਰਗਰਾਊਂਡ ਹੋ ਕੇ ਜਿਹੜਾ ਨਸ਼ਾ ਸਾਡੇ ਕੌਮ ਨੌਜਵਾਨੀ ਨੂੰ ਖਤਮ ਕਰਨ 'ਤੇ ਲੱਗੀ ਹੈ। ਕਦੇ ਏਜੰਸੀਆਂ ਨੇ ਇਹ ਨਹੀਂ ਦੱਸਿਆ ਵੀ ਅਸੀਂ ਤੁਹਾਡੇ ਪੰਜਾਬ ਨੂੰ ਖਤਮ ਕਰਨ 'ਤੇ ਲੱਗੇ ਹੋਏ ਹਾਂ। ਪਰ ਮੈਂ ਇਹ ਕਹਿਣਾ ਚਾਹੁੰਦਾ, ਸੱਚੀ ਤੇ ਸੁੱਚੀ ਸੋਚ ਆਪਣੀ ਅੰਦਰ ਰੱਖੋ। ਜਾਂ ਕਈ ਵਾਰੀ ਆਪਾਂ ਕੋਈ ਨਾਅਰੇਬਾਜ਼ੀ ਕਰਦੇ ਹਾਂ, ਜਿਵੇਂ ਹੁਣ ਖਾਲਿਸਤਾਨ ਦੇ ਜਵਾਬ ਸਵਾਲ ਦਿੰਦੇ ਹਾਂ, ਪਰ ਮੇਰਾ ਕਹਿਣ ਦਾ ਮਤਲਬ ਇਹ ਆ, ਬਾਕੀ ਅਗਲੇ ਦੇ ਵੱਖੋ ਵੱਖ ਤਰੀਕੇ ਨੇ, ਜਿੰਨੀ ਕਿ ਮੈਨੂੰ ਮਹਾਰਾਜ ਨੇ ਸੋਚ ਦਿੱਤੀ ਹੈ। ਪਰ ਜਦੋਂ ਘਰ ਬਣ ਜੂ, ਜਦੋਂ ਆਪਣੀ ਇੱਕ ਜ਼ਮੀਨ ਹੁੰਦੀ ਹੈ, ਜਦੋਂ ਆਪਣਾ ਇੱਕ ਜ਼ਮੀਨ ਦੇ ਟੁਕੜੇ 'ਤੇ ਕਬਜ਼ਾ ਨਹੀਂ, ਭਾਵੇਂ ਇੱਕ ਕਨਾਲ ਜ਼ਮੀਨ ਹੈ, ਭਾਵੇਂ ਇੱਕ ਟੁਕੜਾ ਜ਼ਮੀਨ ਦਾ ਹੈ, ਜਦੋਂ ਸਾਡੀ ਉਹ ਇੱਕ ਕਨਾਲ ਜ਼ਮੀਨ ਹੈ, ਭਾਵੇਂ ਇੱਕ ਕਿੱਲਾ ਜ਼ਮੀਨ ਹੈ, ਜਦੋਂ ਸਾਡੀ ਜ਼ਮੀਨ 'ਤੇ ਸਾਡਾ ਕਬਜ਼ਾ ਹੋਊਗਾ, ਤੁਹਾਡੇ ਥਰੂ ਹੋ, ਤੁਹਾਡੇ ਜਿਹੜੀ ਪਿਓ ਦਾਦਿਆਂ ਦੇ ਨਾਂ ਜ਼ਮੀਨ ਹੋਊਗੀ, ਉਹ ਪੁੱਤ ਪੋਤਿਆਂ ਨੂੰ ਦਿੱਤੀ ਜਾਂਦੀ ਹੈ ਮਾਂ-ਬਾਪ ਦੇ ਜਾਣ ਤੋਂ ਬਾਅਦ। ਜਦੋਂ ਸਾਡੀ ਨਿੱਜੀ ਜ਼ਮੀਨ ਹੋਊਗੀ, ਉਹਦੇ ਉੱਤੇ ਅਸੀਂ ਭਾਵੇਂ ਸਰੋਂ ਬੀਜੀਏ, ਉਹਦੇ ਉੱਤੇ ਭਾਵੇਂ ਅਸੀਂ ਮੱਕੀ ਬੀਜੀਏ, ਉਹਦੇ ਭਾਵੇਂ ਕਣਕ ਬੀਜੀਏ, ਇਦੋਂ ਪਹਿਲਾਂ ਜਿੰਨਾ ਚਿਰ ਸਾਡਾ ਪਲੇਟਫਾਰਮ ਇੱਕ ਸਟੈਂਡ ਨਹੀਂ ਖੜਾ ਹੋ ਜਾਂਦਾ, ਉਹਨਾਂ ਚਿਰ ਇੰਨੇ ਜਿਹੜੇ ਕੌਮ ਦੇ ਯੋਧੇ, ਜਦੋਂ ਗੁਰਪੰਤ ਪੰਨੂ ਨੇ ਕਿਹਾ ਉੱਥੇ ਮੋਹਾਲੀ ਦੇ ਵਿੱਚ ਇੱਕ ਨੌਜਵਾਨ ਗੱਭਰੂ ਜਿਹੜਾ ਉਹਨਾਂ ਨੇ ਸ਼ਾਇਦ ਸੁਸਾਈਡ ਕਰ ਲਈ, ਆਤਮ ਹੱਤਿਆ ਕਰ ਲਈ। ਮੈਂ ਇਹ ਕਹਿਣਾ ਚਾਹੁੰਦਾ, ਫਿਰ ਅੰਮ੍ਰਿਤਸਰ ਦੇ ਵਿੱਚ ਨੌਜਵਾਨਾਂ ਦੇ ਜਿਹੜੇ ਉਤੋਂ ਜਿਹੜੇ ਸੀਗੇ ਚੱਡੇ ਪਾੜੇ ਕੇ ਲੱਤਾਂ ਖਿੱਚ ਕੇ, ਹੈ ਨਾ। ਪਰ ਇੱਦਾਂ ਦੀਆਂ ਗੱਲਾਂ ਨੇ, ਜਿੰਨਾ ਚਿਰ ਸਾਡਾ ਆਪਣਾ ਘਰ ਨਹੀਂ ਬਣ ਜਾਂਦਾ, ਜਿੰਨਾ ਚਿਰ ਆਪਣਾ ਸਟੈਂਡ ਨਹੀਂ ਬਣ ਜਾਂਦਾ, ਉਹਨਾਂ ਚਿਰ ਆਪਾਂ ਸੁਚੇਤ ਰਹਿਣਾ। ਕਿਉਂਕਿ ਸਰਕਾਰਾਂ ਤੱਕ ਐਸਾ ਮੈਸੇਜ ਨਾ ਕੋਈ ਜਾਵੇ। ਕਦੋਂ ਆਪਣਾ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਗਏ, ਆਪਣੀ ਸੋਚ ਹੋਊਗੀ, ਇੱਕ ਸਟੈਂਡ ਬਣ ਗਿਆ, ਫਿਰ ਉਸ ਜ਼ਮੀਨ ਦੇ ਉੱਤੇ ਭਾਵੇਂ ਜਦੋਂ ਤੁਹਾਡਾ ਕਬਜ਼ਾ ਹੋ ਗਿਆ, ਭਾਵੇਂ ਤੁਸੀਂ ਉੱਤੇ ਸਰੋਂ ਬੀਜੋ, ਭਾਵੇਂ ਕਣਕ ਬੀਜੋ, ਭਾਵੇਂ ਮੱਕੀ ਬੀਜੋ, ਜੋ ਤੁਹਾਡਾ ਪਾਉਂਦਾ ਉਹ ਬੀਜੋ। ਪਰ ਜਿੰਨਾ ਚਿਰ ਆਪਣਾ ਸਟੈਂਡ ਨਹੀਂ ਬਣ ਜਾਂਦਾ, ਉਹਨਾਂ ਚਿਰ ਇੱਕ ਨੌਜਵਾਨਾਂ ਨੂੰ ਲਾਮਬੰਦ ਰੱਖਣਾ, ਤੇ ਉਹਦੇ ਵਿੱਚ ਜਿਹੜਾ ਭੜਕਾਊ ਪ੍ਰਚਾਰ ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਤਾਂ ਇਹ ਵੀ ਇੱਕ ਬੜੀ ਅਹਿਮ ਗੱਲ ਆ ਜਿਹੜੀ ਕਿ ਬਾਬਾ ਜੀ ਨੇ ਸਾਡੇ ਨਾਲ ਸਾਂਝੀ ਕਰੀ ਆ ਕਿ ਜਿਹੜੇ ਏਜੰਸੀਆਂ ਦੇ ਲੋਕ ਨੌਜਵਾਨਾਂ ਨੂੰ ਭੜਕਾ ਰਹੇ ਨੇ, ਨੌਜਵਾਨਾਂ ਨੂੰ ਨਸ਼ਿਆਂ 'ਤੇ ਲਾ ਰਹੇ ਨੇ, ਤਾਂ ਉਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਤਾਂ ਨੌਜਵਾਨੀ ਨੂੰ ਇੱਕ ਅਪੀਲ ਕੀਤੀ ਆ, ਕਿਉਂਕਿ ਦੀਪ ਸਿੱਧੂ ਇੱਕ ਨੌਜਵਾਨ ਸੀ, ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ ਦੀਪ ਸਿੱਧੂ। ਤਾਂ ਦੀਪ ਸਿੱਧੂ ਦੇ ਭੋਗ 'ਤੇ ਇਹੀ ਅਪੀਲ ਕੀਤੀ ਆ ਜੱਗੀ ਬਾਬੇ ਦੇ ਵੱਲੋਂ ਕਿ ਉਹਨਾਂ ਨੌਜਵਾਨਾਂ ਨੂੰ ਸਮਝਣਾ ਚਾਹੀਦਾ, ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਕੋਈ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ ਜਿਹੜੀ ਕਿ ਉਹਨਾਂ ਦੀ ਜ਼ਿੰਦਗੀ ਦਾ ਅੰਤ ਹੋ ਜਾਵੇ। ਤਾਂ ਜੁੜੇ ਰਹੋ KTV ਦੇ ਨਾਲ।